ਕਿ ਅਸੀਂ ਆਪਣੇ ਓਵਰਸੀਜ਼ ਭਰਾਵਾਂ ਨੂੰ ਕਵਾਂਗੇ ਕਿ ਜਿਹੜੀ ਵੀ ਤੁਸੀਂ ਖਰੀਦਦਾਰੀ ਜ਼ਰੂਰ ਕਰੋ ਆਪਣੇ ਕਿਉਂਕਿ ਪਾਕਿਸਤਾਨ ਨੂੰ ਤੁਹਾਡੀ ਬੜੀ ਜ਼ਰੂਰਤ ਹੈ। ਬਿਲਕੁਲ ਇਹਦੇ ਚ ਔਰ ਤੁਹਾਨੂੰ ਵੀ ਹਕੀਕਤਨ ਪਾਕਿਸਤਾਨ ਦੀ ਜ਼ਰੂਰਤ ਹੈ। ਬਿਲਕੁਲ ਹਾਏ ਆਪਣੇ ਬਰਤਨ ਵੀ ਆਪੇ ਧੋਂਦਾ ਹੈ, ਉਹ ਕੱਪੜੇ ਵੀ ਇਸਤਰੀ ਕਰ ਰਿਹਾ ਹੈ, ਉਹ ਘਰ ਵੀ ਸਾਫ਼ ਕਰ ਰਿਹਾ ਹੈ, ਇੱਥੋਂ ਕਿ ਘਰ ਦਾ ਵਾਸ਼ਰੂਮ ਵੀ ਸਾਫ਼ ਕਰ ਰਿਹਾ। ਪਾਵੇ ਲੈ ਕੇ ਆਵਾਂਗਾ, ਦੇਸੀ ਮੁਰਗਾ ਲੈ ਕੇ ਆਵਾਂਗਾ, ਪਾਵੇ ਇਹੋ ਜਿਹੇ ਪੱਕੇ ਹੋਣਗੇ ਕਿ ਖਾਣ ਤੋਂ ਪਹਿਲੇ ਪਾਵੇ ਇਹ ਆਪੇ ਟੁੱਟਣ ਲੱਗ ਜਾਣਗੇ। ਹੈ ਜੀ ਐਵੇਂ ਉੱਥੋਂ 4.5 ਨਾਨ ਇਹਨਾਂ ਨੂੰ ਲੈ ਲਏ। ਵਾਹ 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 ਵਾਹ। ਨਾਲ ਕੋਈ ਮੇਰਾ ਖਿਆਲ ਕੋਈ 70 ਰੁਪਏ ਦੇ ਪਕੌੜੇ ਲਏ ਆ। ਜੀ ਜੀ ਕੀ ਬਾਤ ਸੀ, ਪਕੌੜੇ ਓਏ ਹਾਏ ਟੇਸਟੀ। ਨਾਲ ਹਾਂਜੀ ਨਾਲ 4 ਟਿੱਕੀਆਂ ਲਈਆਂ ਨੇ ਬੱਲੇ। ਔਰ ਰੱਜ ਕੇ ਸਾਨੂੰ ਕਹਿੰਦੇ ਨੇ ਖਾ ਲਓ ਰੱਜ ਕੇ। ਉਹਨਾਂ ਨਾਲ ਇੰਜ ਵੀ ਧੋਖਾ ਹੋਇਆ ਹੈ ਕਿ ਡੀਲਰ ਨੇ ਉਹਨਾਂ ਨੂੰ ਕਨਾਲ ਵਹਾਈ ਸੀ ਦੂਜੇ ਟਾਊਨ ਦੀ, ਤੇ ਜਦੋਂ ਰਜਿਸਟਰੀ ਹੋਈ ਉਹ ਦੂਜੇ ਟਾਊਨ ਦੀ ਹੋ ਗਈ ਹੈ। ਹਾਏ ਕਿ ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਪਿਆਰ ਚੁੰਮਦੇ ਨੇ, ਕਹਿੰਦੇ ਨੇ ਯਾਰ ਅਸੀਂ ਜਦੋਂ ਸਾਰੀ ਥਕਾਨ ਸਾਡੀ ਲੱਥ ਜਾਂਦੀ ਹੈ, ਜਦੋਂ ਅਸੀਂ ਕੰਮ ਤੋਂ ਥੱਕੇ ਹਾਰੇ ਆਉਂਦੇ ਹਾਂ ਤੇ ਘਰ ਦੇ ਯਾਦ ਆਉਂਦੇ ਨੇ, ਰਿਸ਼ਤੇਦਾਰ ਯਾਦ ਆਉਂਦੇ ਨੇ, ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਉਦੋਂ ਫਿਰ ਡਰਾਮਾ ਦੇਖੀਦਾ ਤੇ ਸਾਰੀ ਥਕਾਵਟ ਹੀ ਲੱਥ ਜਾਂਦੀ। ਉਹ ਵੀਡੀਓ ਕਾਲ ਤੇ ਮੌਕਾ ਵੀ ਵਹਾਏ। ਹਾਂ ਠੀਕ ਹੈ ਨਾ, ਉਹ ਵੇਖੋ ਨਾ ਬਾਅਦ ਮੌਕਾ ਹੁੰਦਾ ਹੀ ਨਹੀਂ। ਬਿਲਕੁਲ ਸਹੀ ਗੱਲ। ਕਾਗਜ਼ਾਂ 'ਚ ਤੇ ਹੁੰਦਾ ਹੈ ਜਿਸ ਤਰ੍ਹਾਂ ਇਤਮਾਦ ਉਹਨਾਂ ਨੂੰ ਇਤਮਾਦ ਹੁੰਦਾ ਕਿ ਯਾਰ ਮੇਰੇ ਨਾਲ ਧੋਖਾ ਨਹੀਂ ਕਰਦਾ। ਜੀ 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 जी अस्सलाम वालेकुम नाजरीन, मैं आपका ताहिर नौशाद, आप देख रहे हैं प्रोग्राम चाचा प्रॉपर्टी। जी चाचा प्रॉपर्टी जी की हाल है जनाब ਤੁਹਾਡਾ? ਜੀ ਅਲਹਮਦੁਲਿਲਾ। ਇਹ ਤੁਸੀਂ ਸਾਡੇ ਨਾਲ ਅੱਜ ਫੇਰ ਕੀ ਕੀਤਾ ਚਾਚਾ ਪ੍ਰॉपर्टी ਜੀ? ਮੈਂ ਕੀ ਕੀਤਾ ਜੀ? ਯਾਰ ਐਡਾ ਵੀ ਬੰਦੇ ਨੂੰ ਕੰਜੂਸ ਨਹੀਂ ਹੋਣਾ ਚਾਹੀਦਾ। ਤੁਸੀਂ ਨਾਜ਼ਰੀਨ ਸੁਣ ਰਹੇ ਹੋ, ਜ਼ਰਾ ਜ਼ਿਹਨ 'ਚ ਰੱਖਣਾ। ਅੱਜ ਤੁਸੀਂ ਸਾਨੂੰ ਕਿਹਾ ਸੀ ਕਿ ਮੈਂ ਗੁਜਰਾਂਵਾਲੇ ਤੋਂ ਪਾਵੇ ਲੈ ਕੇ ਆਵਾਂਗਾ, ਦੇਸੀ ਮੁਰਗਾ ਲੈ ਕੇ ਆਵਾਂਗਾ, ਪਾਵੇ ਇਹੋ ਜਿਹੇ ਪੱਕੇ ਹੋਣਗੇ ਕਿ ਖਾਣ ਤੋਂ ਪਹਿਲੇ ਪਾਵੇ ਇਹ ਆਪੇ ਟੁੱਟਣ ਲੱਗ ਜਾਣਗੇ ਕਰਕੇ। ਹੈ ਜੀ ਦੇਸੀ ਮੁਰਗੀ ਐਸੀ ਕਿ ਰੈੱਡ ਕਲਰ ਦਾ ਗੋਸ਼ਤ, ਵਾਹ ਵਾਹ ਵਾਹ, ਔਰ ਕਿਆ ਸੋਹਣਾ ਸ਼ੋਰਬੇ 'ਚ ਪੱਕਿਆ ਹੋਏਗਾ। ਪਹਿਲੇ ਤੁਸੀਂ ਸਾਡਾ ਜ਼ੇਨ ਬਣਾਇਆ ਕਿ ਨਾਸ਼ਤਾ ਤੁਸੀਂ ਇਹ ਕਰਨਾ ਹੈ, ਔਰ ਜਦੋਂ ਆਏ ਆ ਇੱਥੇ ਤੇ ਤੁਸੀਂ ਕੀਤਾ ਕੀ ਹੈ, ਸਾਡੇ ਨਾਲ ਕਿਉਂ ਨਹੀਂ ਲੈ ਕੇ ਆਏ? ਮੈਂ ਤੁਹਾਨੂੰ ਆ ਕੇ ਦੱਸਿਆ ਤਾਹਰ ਸਾਹਿਬ। ਉਹ ਦੱਸਣਾ ਕੀ ਹੈ, ਖੁਦਾ ਦਾ ਵਾਸਤਾ ਜੇ। ਆਉਂਦੇ ਹੀ ਸਾਨੂੰ ਆ ਕੇ ਨਾਜ਼ਰੀਨ ਨੇ ਕਹਿੰਦੇ ਨੇ ਯਾਰ ਮੈਂ ਨਾ ਜ਼ਰਾ ਜਲਦੀ ਨਹੀਂ ਸੀ ਉੱਠਿਆ, ਮੈਂ ਲੇਟ ਹੋ ਗਿਆ ਸਾਂ, ਮੈਂ ਸੋਚਿਆ ਕਿ ਚਲੋ ਅੱਜ ਰਹਿਣ ਦਿੰਦੇ ਆ ਤੇ ਕੱਲ ਤੁਹਾਡੇ ਲਈ ਨਾਸ਼ਤਾ। ਇਹ 3 ਵਾਰੀ ਤੁਸੀਂ ਇਹੀ ਸਾਨੂੰ ਗੇੜਾ ਕਰਾ ਚੁੱਕੇ ਹੋ। ਉਹ ਤਾਰ ਭਾਈ ਏਡੇ ਕੰਜੂਸ ਇਨਸਾਨ ਨੇ ਕਿ ਤਰਬੂਜ਼ ਕਟਿਆ ਵੇਖ ਲੈਣ ਨਾ, ਪਾਣੀ ਪੀ ਲੈਣ ਤੇ ਇਹਨਾਂ ਨੂੰ ਹੈਜ਼ਾ ਹੋ ਜਾਂਦਾ। ਉਹ ਠਹਿਰੋ ਭਾਈ ਜਾਨ, ਗੱਲ ਅੱਲਾ ਮਾਫੀ ਦੇਵੇ, ਅਗਰ ਇਹ ਪਾਣੀ ਪੀਣ ਨਾ ਤੇ ਇਹਨਾਂ ਨੂੰ ਇੰਜ ਲੱਗਦਾ ਕਿ ਮੈਂ ਪੈਪਸੀ ਪੀ ਰਿਹਾ, ਓਏ ਅੱਲਾ ਸਪਰਾਈਟ ਲਿਓ, ਪੀ ਰਿਹਾ। ਉਹ ਇੰਜ ਦੀ ਗੱਲ ਨਹੀਂ, ਗੱਲ ਤੇ ਸੁਣ ਲਓ ਮੇਰੀ। ਔਰ ਉੱਤੋਂ ਢਕਾਰ ਨਹੀਂ ਇਹਨਾਂ ਦੇ ਮੁੱਕਦੇ, ਸਾਦਾ ਪਾਣੀ ਪੀ ਕੇ ਵੀ 9 ਢਕਾਰ ਮਾਰਦੇ ਨੇ ਇਹ। ਉਹ ਤਾਹਰ ਸਾਹਿਬ ਬੰਦਾ ਬਸ਼ਰ ਨਾ ਲੇਟ ਹੋ ਜਾਂਦਾ ਹੈ, ਉਹਨੂੰ ਇੰਜ ਦੀ ਸਜ਼ਾ ਨਹੀਂ ਦੇ। ਓਏ ਇੱਕ ਵਾਰੀ ਲੇਟ ਹੋ ਜਾਂਦਾ। ਇੰਨੇ ਕੰਜੂਸ ਨੇ, ਮੈਂ ਤੁਹਾਨੂੰ ਦੱਸਦਾ। ਅੱਜ ਇਹਨਾਂ ਨੇ ਕੀਤਾ ਕੀ ਹੈ ਤੁਸੀਂ ਇਹ ਸੁਣੋ। ਅੱਜ ਇਹਨਾਂ ਨੇ ਕਿਹਾ ਕਿ ਜੀ ਮੈਂ ਲੇਟ ਹੋ ਗਿਆ ਸਾਂ, ਲਿਹਾਜ਼ਾ ਤੁਹਾਡੇ ਲਈ ਮੈਂ ਬਹੁਤ ਅੱਛੀ ਚੀਜ਼ ਲੈ ਕੇ ਆਇਆ। ਐਵੇਂ ਉੱਥੋਂ 4.5 ਨਾਨ ਇਹਨਾਂ ਨੇ ਲੈ ਲਏ। ਵਾਹ 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 ਵਾਹ। ਨਾਲ ਕੋਈ ਮੇਰਾ ਖਿਆਲ ਕੋਈ 70 ਰੁਪਏ ਦੇ ਪਕੌੜੇ ਲਏ ਆ। ਜੀ ਜੀ ਕੀ ਬਾਤ ਸੀ, ਪਕੌੜੇ ਓਏ ਹਾਏ ਟੇਸਟੀ। ਨਾਲ ਹਾਂਜੀ ਨਾਲ 4 ਟਿੱਕੀਆਂ ਲਈਆਂ ਨੇ। ਬੱਲੇ। ਔਰ ਰੱਜ ਕੇ ਸਾਨੂੰ ਕਹਿੰਦੇ ਨੇ ਖਾ ਲਓ ਰੱਜ ਕੇ। 4.5 ਨਾਨ ਕਹਿੰਦੇ ਨੇ ਰੱਜ ਕੇ ਖਾ ਲਓ। ਉਹ ਯਾਰ ਏਡੀ ਵੀ ਕੰਜੂਸੀ ਚੰਗੀ ਨਹੀਂ ਹੁੰਦੀ। ਉਹ ਤਾਹਰ ਭਾਈ ਤੁਸੀਂ ਰੱਜ ਕੇ ਖਾਦਾ ਮੇਰੇ ਸਾਹਮਣੇ। ਉਹ ਕਿੰਨਾ ਕ ਮਤਲਬ ਉਹ ਜਦੋਂ ਮੁਕਾਉਣੀ ਸਿਰਫ 4.5 ਨੇ, ਅਸੀਂ ਰੱਜ ਕੇ ਹੀ ਖਾਣੀ। ਉਹ ਮੁੰਡਾ ਵਿਚਾਰਾ ਅਲੀ, ਤੁਹਾਨੂੰ ਨਹੀਂ ਪਤਾ, ਉਹ ਸੋਹਣੀ ਰੋਟੀ ਖਾਂਦਾ ਹੈ। ਹਾਂਜੀ ਹਾਂਜੀ ਸੈਫ, ਉਹ ਵੀ ਵਿਚਾਰਾ ਅੱਧਾ ਨਾਨ ਖਾ ਕੇ ਕਹਿੰਦਾ ਬਸ ਭਾਈਜਾਨ ਮਜ਼ਾ ਨਹੀਂ ਆ ਰਿਹਾ। ਉਹ ਤਾਹਰ ਸਾਹਿਬ ਉਹ ਸੋਹਣੀ ਰੋਟੀ ਸੀ। ਕੀ ਮਤਲਬ ਸ਼ੁਕਰ ਕਰੋ ਕਿਸੇ ਬੰਦੇ ਨੂੰ ਨਾਨ ਵੀ ਨਹੀਂ ਲੱਭਦੇ, ਪਕੌੜੇ ਵੀ ਨਹੀਂ ਲੱਭਦੇ, ਔਰ ਤੁਸੀਂ ਅੱਜ ਏਸੀ 'ਚ ਬਹਿ ਕੇ ਠੰਡੇ ਮਾਹੌਲ 'ਚ ਨਾਨ ਵੀ ਖਾਦੇ ਨੇ, ਪਕੌੜੇ ਵੀ ਖਾਦੇ ਨੇ। ਤੁਸੀਂ ਤੇ ਅੱਲਾ ਦਾ ਸ਼ੁਕਰ ਅਦਾ ਕਰੋ। ਅੱਲਾ ਦਾ ਸ਼ੁਕਰ ਤੇ ਹਰ ਹਾਲ 'ਚ ਅਦਾ ਕਰਨਾ ਚਾਹੀਦਾ, ਔਰ ਤੁਸੀਂ ਵੀ ਸਾਨੂੰ ਹਰ ਹਾਲ 'ਚ ਇਹਦੇ 'ਚ ਸ਼ੁਕਰ ਅਦਾ ਕਰਾਓਗੇ ਮੇਰਾ ਖਿਆਲ ਹੈ। ਦੇਖੋ ਅੱਲਾ ਨੇ ਕਰਮ ਕੀਤਾ ਨਾ, ਹਾਂਜੀ ਤੁਹਾਡੀ ਭੁੱਖ ਮਾਰ ਗਈ। ਦੇ ਲੋ ਯਾਨੀ ਕਿ ਅੱਲਾ ਨੇ ਕਰਮ ਕੀਤਾ ਤੇ ਭੁੱਖ ਮਰ ਗਈ, ਯਾਨੀ ਰੱਜ ਕੇ ਰੋਟੀ ਖਾਧੀ ਹੈ। ਹਾਂਜੀ ਇਹ ਭੁੱਖ ਰਹੀ ਨਹੀਂ। ਹਾਂ ਤੇ ਇਹੀ ਤੇ ਵੇਖੋ ਨਾ, ਇਤਮਾਨਾਤ ਆਈ, ਬੜਾ ਮਜ਼ੇਦਾਰ ਖਾਣਾ ਸੀ। ਕਿਆ ਕਮਾਲ ਦੀਆਂ ਟਿੱਕੀਆਂ ਸਨ, ਕਿਆ ਕਮਾਲ ਦੇ ਪਕੌੜੇ। ਇਹ ਏਡੇ ਕਿ ਚਲਾਕ ਔਰ ਖੋਚਲ ਔਰ ਮਾਸੂਮ ਇਨਸਾਨ ਨੇ ਇਸ ਮਸਲੇ ਦੇ ਵਿੱਚ। ਮਤਲਬ ਚਲਾਕ ਵੀ ਤੇ ਮਾਸੂਮ ਵੀ। ਮਾਸੂਮ ਨਹੀਂ, ਉਹ ਮੈਂ ਕਹਿਣ ਲੱਗਾ ਸੀ ਸ਼ੂਮ। ਮਾਸੂਮ ਨਿਕਲ ਗਿਆ ਮੂੰਹ ਗਲਤੀ ਨਾਲ। ਨਹੀਂ ਗੱਲ ਸੱਚੀ ਨਿਕਲ ਜਾਂਦੀ ਹੈ। ਨਹੀਂ ਇਹ ਪੈਟਰੋਲ ਪੰਪ ਤੇ ਖਲੋ ਕੇ ਨਾ ਅਗਲੇ ਨੂੰ ਪੁੱਛਦੇ ਨੇ ਕਿੰਨੇ ਦਾ ਲੀਟਰ, ਉਹ ਕਹਿੰਦੇ ਜੀ 410 ਰੁਪਏ ਦਾ। ਅੱਛਾ ਅਗਰ ਨਾਲ ਮੈਂ 7 ਕੁ ਤਰਲੇ ਪਾਵਾਂ ਤੇ ਫਿਰ ਕਿੰਨੇ ਦਾ ਲੀਟਰ ਦਿਓਗੇ? ਲੋ ਇਹ ਤੇ ਕਾਰੋਬਾਰੀ ਗੱਲ ਹੈ ਨਾ ਜੀ, ਤਰਲੇ ਕਰਨ ਨੂੰ ਪੈਸੇ ਘਟ ਜਾਣ।
ਚਲੋ ਛੱਡੋ ਪਰ ਇਸ ਗੱਲ ਨੂੰ। ਅੱਛਾ ਹੁਣ ਮੈਨੂੰ ਇਹ ਦੱਸੋ ਕਿ ਅੱਜ ਕੱਲ੍ਹ ਇੱਕ ਗੱਲ ਬੜੀ ਗਰਦਸ਼ ਕਰ ਰਹੀ ਹੈ ਜੀ ਕਿ ਸਾਡੇ ਕੁਝ ਭੈਣ ਭਰਾ ਦੋਸਤ ਯਾਰ ਐਸੇ ਹੈ ਨੇ ਜਿਹੜੇ ਕਿ ਇਹ ਕਹਿੰਦੇ ਨੇ ਪਾਕਿਸਤਾਨ 'ਚ ਜਗ੍ਹਾ ਨਹੀਂ ਲੈਣੀ ਚਾਹੀਦੀ। ਜੀ ਜੀ ਇਹਦਾ ਕੀ ਰੀਜ਼ਨ ਹੈ, ਕੀ ਵਜ੍ਹਾ ਹੈ? ਨਾਰਮਲੀ ਤਾਹਰ ਸਾਹਿਬ ਇਹ ਨਾ ਸਾਡੇ ਨਾ ਓਵਰਸੀਜ਼ ਭਰਾ ਹੁੰਦੇ ਨੇ ਜੀ ਜੀ, ਉਹਨਾਂ ਨਾਲ ਨਾ ਧੋਖੇ ਹੀ ਇੰਨੇ ਹੋ ਗਏ ਹੁੰਦੇ ਨੇ। ਓਏ ਹੋਏ ਹੋਏ, ਉਹਦੀ ਵਜ੍ਹਾ ਤੋਂ ਉਹ ਵਿਚਾਰੇ ਕਲਿੱਪ ਬਣਾ ਕੇ ਦੱਸਦੇ ਨੇ ਔਰ ਆਪਣੀ ਦਾਦ ਰਸੀ ਵਾਸਤੇ ਆਂਦੇ ਨੇ ਕਿ ਯਾਰ ਤੁਹਾਨੂੰ ਨਾ ਪਾਕਿਸਤਾਨ ਵਿੱਚ ਜਗ੍ਹਾ ਨਹੀਂ ਲੈਣੀ ਚਾਹੀਦੀ। ਅਸਲ 'ਚ ਧੋਖਾ ਵਾਕਈ ਉਹਨਾਂ ਨਾਲ ਬਹੁਤ ਹੁੰਦਾ। ਜੀ ਜੀ, ਇਹ ਜਦੋਂ ਬੰਦਾ, ਸਾਡੇ ਪਾਕਿਸਤਾਨ ਦਾ ਰਿਵਾਜ ਹੈ ਕਿ ਇੱਕ ਬੰਦਾ ਅਗਰ ਪਾਕਿਸਤਾਨ 'ਚੋਂ ਖਾਨਦਾਨ 'ਚੋਂ ਬਾਹਰ ਜਾਂਦਾ ਨਾ, ਜੀ ਜੀ, ਤੇ ਅੱਧਾ ਖਾਨਦਾਨ ਉਹਦੀ ਯਾਨੀ ਕਿ ਉਮੀਦ ਤੇ ਬੈਠ ਜਾਂਦਾ ਕਿ ਉਹਦੇ ਤੇ ਆਸ ਲਾ ਕੇ ਬਹਿ ਜਾਂਦਾ ਵੀ ਹੁਣ ਇਧਰੋਂ ਕੁਛ ਆਏਗਾ। ਨਹੀਂ ਪੂਰਾ ਖਾਨਦਾਨ ਹੀ ਉਹਦੇ ਤੇ ਆਸ ਲਾ ਕੇ ਬੈਠਾ ਹੁੰਦਾ। ਨਹੀਂ ਪੂਰਾ ਖਾਨਦਾਨ, ਮੈਂ ਉਹੀ ਤੇ ਤੁਹਾਨੂੰ ਦੱਸ ਰਿਹਾ। ਅੱਧਾ ਖਾਨਦਾਨ ਉਹ ਹੁੰਦਾ ਹੈ ਜੀ ਜਿਹੜੇ ਕਿ ਉਹਦੇ ਲਈ ਦੁਆਵਾਂ ਵੀ ਕਰਦੇ ਨੇ ਜੀ ਜੀ, ਔਰ ਉਹ ਸਹੀ ਉਹਨਾਂ ਕੋਲ ਪੈਸੇ ਪੂਸੇ ਲੈਣੇ ਵੀ ਹੁੰਦੇ ਨੇ। ਜੀ ਜੀ, ਅੱਧੇ ਲੋਕ ਉਹ ਨੇ ਜਿਨ੍ਹਾਂ ਨੇ ਉਹਨੂੰ ਧੋਖੇ ਨਾਲ ਉਹਦੇ ਕੋਲ ਪੈਸੇ ਲੈਣੇ ਨੇ। ਯਾਨੀ ਕਿ ਤੇਰੀ ਜਗ੍ਹਾ ਲੈ ਲੈ, ਮੈਂ ਕਰਵਾ ਦਿੰਦਾ, ਜੀ ਜੀ, ਕਿਤੇ ਇਹ ਫਲਾਂ ਕੰਮ ਕਰ ਲੈ, ਇਹ ਕਰ ਲੈਂਦੇ ਆ। ਉਥੋਂ ਉਹਨਾਂ ਕੋਲੋਂ ਪੈਸੇ ਮੰਗਵਾ ਕੇ ਜੀ ਜੀ, ਤੇ ਮੁੜ ਕੇ ਫਿਰ ਧੋਖਾ ਉਹਨਾਂ ਦੇ ਨਾਲ ਹੁੰਦਾ। ਜੀ ਜੀ ਜੀ, ਇਹਦੀ ਵਜ੍ਹਾ ਮੇਰਾ ਖਿਆਲ ਇਹੋ ਹੀ ਹੈ ਜ਼ਿਆਦਾ। ਇਹ ਵੀ ਵਜ੍ਹਾ ਤਾਹਰ ਸਾਹਿਬ। ਦੂਸਰਾ ਉਹ ਜਿਹੜੇ ਸਾਡੇ ਓਵਰਸੀਜ਼ ਭਰਾ ਨੇ ਨਾ, ਇੱਕ ਤੇ ਉਹ ਇਹ ਜਿਹੜੀ ਤੁਸੀਂ ਵਜ੍ਹਾ ਦੱਸੀ ਅਜ਼ੀਜ਼ਾਂ ਨੂੰ, ਹਾਂਜੀ। ਦੂਸਰਾ ਉਹਨਾਂ ਦਾ ਡੀਲਰ ਕਮਿਊਨਿਟੀ ਨਾਲ ਵੀ ਤਲਕ ਹੁੰਦਾ ਹੈ। ਯਾਨੀ ਕਿ ਉਹ ਡਾਇਰੈਕਟ ਡੀਲਰ ਬਰਾਦਰੀ ਦੇ ਨਾਲ ਵੀ ਉਹ ਕਰਦੇ ਨੇ, ਡਿਵੈਲਪਰ ਦੇ ਨਾਲ ਵੀ ਕਰਦੇ ਨੇ, ਉਹਨਾਂ ਦੇ ਨਾਲ ਵੀ ਜਦੋਂ ਟ੍ਰਾਂਜੈਕਸ਼ਨ ਕਰਦੇ ਨੇ ਨਾ, ਤੇ ਉਹ ਜਿਸ ਤਰ੍ਹਾਂ ਪੰਜਾਬੀ ਵਿੱਚ ਨਾ ਕਹਿੰਦੇ ਨਹੀਂ ਕਿ ਭਾਈ ਵਿਖਾਈ ਸੱਜੀ ਤੇ ਮਾਰੀ ਖੱਬੀ, ਹਾਏ ਹਾਏ, ਉਹਨਾਂ ਨਾਲ ਨਾ ਇੰਜ ਵੀ ਧੋਖਾ ਹੋਇਆ ਹੈ ਕਿ ਡੀਲਰ ਨੇ ਨਾ ਉਹਨਾਂ ਨੂੰ ਕਨਾਲ ਵਹਾਈ ਸੀ ਦੂਜੇ ਟਾਊਨ ਦੀ, ਤੇ ਜਦੋਂ ਰਜਿਸਟਰੀ ਹੋਈ ਉਹ ਦੂਜੇ ਟਾਊਨ ਦੀ ਹੋ ਗਈ ਹੈ। ਹਾਏ ਹਾਏ, ਤੇ ਉਹ ਹੁਣ ਪੈਸੇ ਦੇ ਚੁੱਕਿਆ ਹੁੰਦਾ ਹੈ। ਹਾਂਜੀ। ਔਰ ਕਈ ਦਫਾ ਇਹ ਹੁੰਦਾ ਹੈ ਕਿ ਉਹਨੇ ਜਗ੍ਹਾ ਵਿਖਾਈ ਸੀ ਐਸ ਬਲਾਕ ਦੀ, ਹਾਂਜੀ, ਤੇ ਲੈ ਦਿੱਤੀ ਉਹ ਥੱਕੇ ਬਲਾਕ ਦੀ। ਓਹ ਅੱਛਾ, ਉਹ ਡੀਲਰ ਸ਼ਰਮਿੰਦਾ ਨਹੀਂ ਹੋ ਰਿਹਾ। ਅੱਛਾ, ਉਹ ਕਹਿ ਰਿਹਾ ਭਾਜੀ ਮੈਂ ਡਿਲੀਵਰ ਕੀਤਾ। ਹਾਂ ਠੀਕ ਹੈ। ਉਹ ਜਦੋਂ ਉਹ ਜਦੋਂ ਸਾਡਾ ਓਵਰਸੀਜ਼ ਭਰਾ ਹੈ ਨਾ, ਉਹ ਕਦੀ ਸਾਲੀ ਛਮਾਈ ਆਉਂਦਾ ਨਾ ਵਾਪਸ, ਉਹ ਮੌਕੇ ਤੇ ਆਉਂਦਾ ਤੇ ਉਹਨੂੰ ਪਤਾ ਲੱਗਦਾ ਮੇਰੇ ਨਾਲ ਤੇ ਧੋਖਾ ਹੋ ਗਿਆ। ਹਾਂਜੀ। ਹੁਣ ਤੁਸੀਂ ਦੱਸੋ ਉਹਨਾਂ ਦਾ ਕਲਿੱਪ ਬਣਾਉਣਾ ਬਣਦਾ ਹੈ ਕਿ ਨਹੀਂ ਬਣਦਾ? ਬਣਦਾ ਵਾਕਈ। ਦੇਖੋ ਨਾ, ਜਦੋਂ ਮੈਂ ਜੋ ਤੁਹਾਡਾ ਧੋਖਾ ਕਰ ਲਵਾਂ, ਹਾਂਜੀ ਹਾਂਜੀ, ਤੇ ਤੁਸੀਂ ਮੈਨੂੰ ਹਾਰ ਤੇ ਨਹੀਂ ਪਾਓਗੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਤੇ ਚਾਚਾ ਪ੍ਰਾਪਰਟੀ ਦੀ ਧੁੰਮ ਮਚਾਓਗੇ ਕਿ ਇਹ ਧੋਖੇਬਾਜ਼ ਹੈ। ਹਾਂਜੀ ਹਾਂਜੀ, ਠੀਕ ਹੈ ਨਾ। ਤੇ ਭਾਜੀ ਉਹ ਵੀ ਇਹੀ ਕਰ ਰਹੇ ਨੇ। ਓਹੋ, ਠੀਕ ਹੈ। ਹੁਣ ਇਹ ਓਵਰਸੀਜ਼ ਜਿਹੜਾ ਹੁੰਦਾ ਹੈ, ਹਾਂਜੀ, ਇਹ ਸਾਡੇ ਮੁਲਕ ਦੀ ਇੱਕ ਜਾਨ ਹੈ। ਬਿਲਕੁਲ ਸਹੀ। ਠੀਕ ਹੈ ਨਾ। ਦੇਖੋ ਤੁਸੀਂ ਤਾਹਰ ਸਾਹਿਬ ਇੰਨੇ ਮੁਲਕਾਂ ਦਾ ਸਫ਼ਰ ਕੀਤਾ ਹੈ, ਤਮਾਮ ਓਵਰਸੀਜ਼ ਤੁਹਾਡਾ ਕਿੰਨਾ ਪਿਆਰ ਕਰਦੇ ਨੇ। ਬਿਲਕੁਲ ਸਹੀ ਗੱਲ। ਤੁਹਾਨੂੰ ਉਹ ਮੈਂ ਕਹਿੰਦਾ ਇੰਨਾ ਕੁ ਪਿਆਰ ਕਰਦੇ ਨੇ ਕਿ ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਪਿਆਰ ਚੁੰਮਦੇ ਨੇ। ਕਹਿੰਦੇ ਨੇ ਯਾਰ ਅਸੀਂ ਜਦੋਂ ਸਾਰੀ ਥਕਾਨ ਸਾਡੀ ਲੱਥ ਜਾਂਦੀ ਏ, ਜਦੋਂ ਅਸੀਂ ਕੰਮ ਤੋਂ ਥੱਕੇ ਹਾਰੇ ਆਉਂਦੇ ਹਾਂ ਤੇ ਘਰ ਦੇ ਯਾਦ ਆਉਂਦੇ ਨੇ, ਰਿਸ਼ਤੇਦਾਰ ਯਾਦ ਆਉਂਦੇ ਨੇ, ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਉਦੋਂ ਫਿਰ ਡਰਾਮਾ ਦੇਖੀਦਾ ਤੇ ਸਾਰੀ ਥਕਾਵਟ ਹੀ ਲੱਥ ਜਾਂਦੀ ਹੈ। ਦੇਖੋ ਉਹਨਾਂ ਨੂੰ ਨਾ ਐਸ ਮਿੱਟੀ ਨਾਲ ਮੁਹੱਬਤ ਹੈ। ਬਿਲਕੁਲ ਸਹੀ ਗੱਲ। ਉਹ ਜਦੋਂ ਉਸ ਮਿੱਟੀ ਦਾ, ਮੈਂ ਤੁਹਾਡੇ ਕਨਸੈਂਟ ਵੀ ਵੇਖੇ ਨੇ ਬੜੇ ਬੜੇ, ਤੁਸੀਂ ਬਾਹਰ ਗਏ ਉਹ ਮੁਲਕ, ਉਹ ਕਿੰਨੀ ਉਹਨਾਂ ਨੇ ਤੁਹਾਨੂੰ ਆਓ ਭਗਤ ਕੀਤੀ ਹੈ। ਹਾਂਜੀ ਹਾਂਜੀ, ਮੁਖਤਲਿਫ ਖਾਣੇ ਖਿਲਾਉਂਦੇ ਨੇ। ਦੇਖੋ ਨਾਰਮਲੀ ਉਹ ਖਾਣੇ ਬੜੇ ਮਹਿੰਗੇ ਹੁੰਦੇ ਨੇ, ਕਿਉਂਕਿ ਕੋਈ ਡਾਲਰਾਂ 'ਚ, ਕੋਈ ਪੌਂਡ 'ਚ ਹੈ, ਕੋਈ ਰਿਆਲਾਂ 'ਚ, ਕੋਈ ਉਹ ਦਿਰਹਮ 'ਚ, ਕਈ ਸ਼ਹਿਰਾਂ ਮੁਲਕਾਂ 'ਚ ਸੋਰੀ ਤੁਸੀਂ ਜਾਂਦੇ ਹੋ। ਤੇ ਉਹ ਮੁਹੱਬਤ ਕਿਉਂ ਕਰਦੇ ਨੇ? ਉਹ ਮੁਹੱਬਤ ਇਸ ਵਾਸਤੇ ਕਰਦੇ ਨੇ ਕਿ ਯਾਰ ਇਹ ਸਾਡੇ ਪਾਕਿਸਤਾਨ ਦਾ ਅਹਿਸਾਸ ਹੈ। ਬਿਲਕੁਲ ਸਹੀ ਗੱਲ। ਹੁਣ ਇੱਕ ਬੰਦਾ ਦੁਨੀਆ ਇੱਥੋਂ ਆਪਣੇ ਘਰ-ਬਾਰ ਤੋਂ ਦੂਰ ਗਿਆ ਹੈ, ਉਹ ਵਿਚਾਰਾ ਪਰਦੇਸੀ ਹੈ, ਉੱਥੇ ਉਹ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਹ ਆਪਣੇ ਕੱਪੜੇ ਵੀ ਆਪੇ ਧੋਂਦਾ ਹੈ, ਆਪਣੇ ਬਰਤਨ ਵੀ ਆਪੇ ਧੋਂਦਾ ਹੈ, ਉਹ ਕੱਪੜੇ ਵੀ ਇਸਤਰੀ ਕਰ ਰਿਹਾ ਹੈ, ਉਹ ਘਰ ਵੀ ਸਾਫ਼ ਕਰ ਰਿਹਾ ਹੈ, ਇੱਥੋਂ ਕਿ ਘਰ ਦਾ ਵਾਸ਼ਰੂਮ ਵੀ ਸਾਫ਼ ਕਰ ਰਿਹਾ ਹੈ। ਤੇ ਉਹਦੇ ਨਾਲ ਇਹ ਧੋਖਾ ਹੋ ਜਾਵੇ ਤਾਂ ਉਹਨੂੰ ਕਿੰਨਾ ਦੁੱਖ ਹੁੰਦਾ ਹੋਏਗਾ। ਮੈਂ ਨਾ ਕੌਣ ਧੋਖਾ ਕਰ ਰਿਹਾ ਹੈ? ਜਿਹੜਾ ਇੱਥੇ ਆਪਣਾ ਘਰ ਵੀ ਨਹੀਂ ਧੋਂਦਾ, ਜਿਹੜਾ ਇੱਥੇ ਆਪਣੇ ਕੱਪੜੇ ਵੀ ਨਹੀਂ ਧੋਂਦਾ, ਜਿਹੜਾ ਇੱਥੇ ਵਾਸ਼ਰੂਮ ਵੀ ਨਹੀਂ ਧੋਂਦਾ, ਜਿਹੜਾ ਇੱਥੇ ਨਵਾਬ ਬਣਿਆ ਉਹਦੇ ਪੈਸਿਆਂ ਦੇ। ਤੇ ਹੁਣ ਇਹਦਾ ਸੋਲੂਸ਼ਨ ਵੀ ਦੱਸੋ ਕਿ ਇਹਦਾ ਸੋਲੂਸ਼ਨ ਕੀ ਹੈ? ਹਾਂਜੀ, ਇਹਦਾ ਬਿਹਤਰੀਨ ਸੋਲੂਸ਼ਨ ਇਹ ਵੇ ਕਿ ਅਸੀਂ ਆਪਣੇ ਓਵਰਸੀਜ਼ ਭਰਾਵਾਂ ਨੂੰ ਕਹਾਂਗੇ ਕਿ ਜਿਹੜੀ ਵੀ ਤੁਸੀਂ ਖਰੀਦਦਾਰੀ ਜ਼ਰੂਰ ਕਰੋ ਆਪਣੇ ਕਿਉਂਕਿ ਪਾਕਿਸਤਾਨ ਨੂੰ ਤੁਹਾਡੀ ਬੜੀ ਜ਼ਰੂਰਤ ਹੈ। ਬਿਲਕੁਲ, ਇਹਦੇ 'ਚ ਕੋਈ ਔਰ ਤੁਹਾਨੂੰ ਵੀ ਹਕੀਕਤਨ ਪਾਕਿਸਤਾਨ ਦੀ ਜ਼ਰੂਰਤ ਹੈ। ਬਿਲਕੁਲ। ਪਾਕਿਸਤਾਨ ਜਿਹੜਾ ਹੈ ਨਾ, ਉਹ ਅਲਹਮਦੁਲਿਲਾ ਜਿੰਨਾ ਪਾਕਿਸਤਾਨ ਨੇ ਜੀਨੀਅਸ ਪ੍ਰੋਡਿਊਸ ਕੀਤੇ ਨੇ ਨਾ, ਜਿਹੜੇ ਸਾਡੇ ਬਰੂਨੇ ਮੁਲਕ ਬੈਠੇ, ਉਹਨਾਂ ਨੂੰ ਮੈਂ ਸੋਲੂਸ਼ਨ, ਚਾਚਾ ਪ੍ਰਾਪਰਟੀ ਜਾਂ ਸੋਲੂਸ਼ਨ ਦੇਣ ਲੱਗਾ ਹੈ ਕਿ ਭਾਜੀ ਤੁਸੀਂ ਜਦੋਂ ਕੋਈ ਚੀਜ਼ ਖਰੀਦਣੀ ਹੈ, ਉਹਦੀ ਮੁਕੰਮਲ ਜਾਂਚ ਪੜਤਾਲ
ਬਜ਼ਰੀਆ ਵਕੀਲ ਕਰ ਲਓ, ਹਾਂਜੀ, ਬਜ਼ਰੀਆ ਆਨਲਾਈਨ ਵੀ ਕਰ ਸਕਦੇ ਹੋ। ਆਨਲਾਈਨ ਕਰ ਲਓ, ਬਜ਼ਰੀਆ ਡਿਵੈਲਪਰ ਡਾਇਰੈਕਟ ਕਰ ਲਓ, ਹਾਂਜੀ ਹਾਂਜੀ ਮਾਰਕੀਟਿੰਗ ਟੀਮ ਨਾਲ ਡਾਇਰੈਕਟ ਜਿਹੜੇ ਡਿਵੈਲਪਰ ਹੈ ਉਹਦੇ ਨਾਲ ਰਾਬਤਾ ਕਰ ਲਓ। ਹਾਂਜੀ ਹਾਂਜੀ ਠੀਕ ਹੈ, ਤੁਸੀਂ ਪੂਰੀ ਜਿਸੋ ਜਾਂਚ ਪੜਤਾਲ ਕਰੋਗੇ ਨਾ। ਹੁਣ ਸੋਸ਼ਲ ਮੀਡੀਆ ਦਾ ਇਹੀ ਕਮਾਲ ਹੈ ਹਾਂ, ਕਿ ਸੋਸ਼ਲ ਮੀਡੀਆ ਜਿਹੜਾ ਹੈ ਨਾ ਉਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਅਯਾਂ ਕਰ ਦਿੰਦਾ। ਜਾਂ ਜਿਸ ਤਰ੍ਹਾਂ ਇਹ ਮਿਸਾਲ ਦੇ ਤੌਰ ਤੇ ਜਿਸ ਬੰਦੇ ਨੂੰ ਉਹ ਕਵੇ ਵੀ ਕਿ ਬਈ ਤੂੰ ਆ ਪਲਾਟ ਵੇਖ ਕੇ ਆ, ਜਗ੍ਹਾ ਦੇ ਕੇ ਆ, ਜਿਵੇਂ ਕਜ਼ਨ ਦੋਸਤ ਨੂੰ ਕਹਿ ਦਿੰਦਾ ਬੰਦਾ, ਉਹਨੂੰ ਸਿੱਧਾ ਕਹਿ ਦੇਵੇ ਕਿ ਤੇਰਾ ਖਰਚਾ ਮੈਂ ਤੈਨੂੰ ਅਲੱਗਾ ਦਿਆਂਗਾ। ਉਹਦਾ ਖਰਚਾ ਨਾਜ਼ਰੀਨ ਜਿਹੜੇ ਸਾਡੇ ਭਰਾ ਨੇ ਓਵਰਸੀਜ਼, ਉਹਨਾਂ ਨੂੰ ਇਹ ਚਾਹੀਦਾ ਕਿ ਉਹਨੂੰ ਕਹਿਣ ਵੀ ਤੇਰੇ ਪੈਸੇ ਤੈਨੂੰ ਮੈਂ ਤੇਰਾ ਖਰਚਾ ਅਲੱਗਾ ਦਿਆਂਗਾ, ਤੂੰ ਮੇਰੀ ਜਾ ਕੇ ਗੱਲ ਕਰਵਾ ਦੇ। ਔਰ ਗੱਲ ਜਿਸ ਤਰ੍ਹਾਂ ਚਾਚਾ ਪ੍ਰਾਪਰਟੀ ਨੇ ਕਿਹਾ ਕਿ ਵੀ ਉਹਨੂੰ ਡਾਇਰੈਕਟ ਰਾਬਤਾ ਕਰਨਾ ਚਾਹੀਦਾ ਤੇ ਆਨਲਾਈਨ ਪੇਮੈਂਟ ਕਰਨੀ ਚਾਹੀਦੀ ਹੈ। ਹਾਂਜੀ, ਇਹ ਵੀ ਗੱਲ ਤੁਹਾਡੀ ਇਹ ਤੋਂ ਬੜੀ ਅੱਛੀ ਗੱਲ ਹੈ ਕਿ ਉਹ ਜਿਸ ਬੰਦਾ ਜਿਹੜਾ ਉਹਨੇ ਡਿਪਿਊਟ ਕੀਤਾ ਹੈ, ਹਾਂਜੀ ਹਾਂਜੀ, ਉਹ ਦੋਸਤ ਹੈ, ਭਾਈ ਹੈ, ਕਜ਼ਨ ਹੈ, ਸੋ ਐਂਡ ਸੋ ਹੈ, ਹੂੰ, ਉਹ ਵੀਡੀਓ ਕਾਲ ਤੇ ਮੌਕਾ ਵੀ ਵਹਾਏ। ਹਾਂ, ਠੀਕ ਹੈ ਨਾ, ਉਹ ਵੇਖੋ ਨਾ ਬਾਅਦ ਮੌਕਾ ਹੁੰਦਾ ਹੀ ਨਹੀਂ, ਬਿਲਕੁਲ ਸਹੀ ਗੱਲ। ਕਾਗਜ਼ਾਂ 'ਚ ਤੇ ਹੁੰਦਾ ਹੈ ਜਿਸ ਤਰ੍ਹਾਂ ਇਤਮਾਦ, ਇਤਮਾਦ। ਉਹਨਾਂ ਨੂੰ ਇਤਮਾਦ ਹੁੰਦਾ ਕਿ ਯਾਰ ਮੇਰੇ ਨਾਲ ਧੋਖਾ ਨਹੀਂ ਕਰਦਾ। ਜੀ ਜੀ ਜੀ, ਉਹਨੂੰ ਹੁਣ ਇਹ ਸੋਸ਼ਲ ਮੀਡੀਆ ਦੀ ਇਹ ਬੜੀ ਵੱਡੀ ਅੱਲਾਹ ਤਾਲਾ ਨੇ ਨਾ ਇਹਨਾਂ ਨੂੰ ਅਪਰਚੁਨਿਟੀ ਦੇ ਦਿੱਤੀ ਹੈ ਕਿ ਹੁਣ ਇੰਨਾ ਕੁਝ ਨਿਕਲ ਆਇਆ ਡਿਜੀਟਲ ਮੀਡੀਆ ਦੇ ਉੱਤੇ ਕਿ ਤੁਸੀਂ ਜਦੋਂ ਉਹਨੂੰ ਦੇਖ ਲੈਂਦੇ ਹੋ ਨਾ ਔਰ ਉਹ ਮੌਕਾ ਕਨਫਰਮ ਕਰਦੇ ਹੋ, ਤੁਸੀਂ ਉਹੀ ਵੀਡੀਓ ਰਿਕਾਰਡ ਕਰਕੇ ਅਗਰ ਤੁਸੀਂ ਭੇਜਦੇ ਹੋ ਨਾ ਡਿਵੈਲਪਰ ਨੂੰ, ਜੀ ਜੀ, ਔਰ ਡਿਵੈਲਪਰ ਦੀ ਮਾਰਕੀਟਿੰਗ ਟੀਮ ਉਹਨੂੰ ਅਗਰ ਕਨਫਰਮ ਕਰ ਦਿੰਦੀ ਹੈ ਤੇ ਫਿਰ ਤੁਹਾਡੇ ਨੂੰ ਧੋਖਾ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ। ਬਹੁਤ ਘੱਟ। ਔਰ ਪੇਮੈਂਟ ਆਨਲਾਈਨ ਚੈੱਕ ਦੇ ਥਰੂ ਟ੍ਰਾਂਸਫਰ ਉਸ ਤਰ੍ਹਾਂ ਕਰਨ, ਜੀ, ਡਾਇਰੈਕਟ ਕਿਸੇ payment- ਬੰਦੇ ਨੂੰ ਨਾ ਦੇ। ਨਹੀਂ ਪੇਮੈਂਟ ਤਾਂ ਅਸੀਂ ਪਹਿਲਾਂ ਵੀ ਦੱਸਿਆ ਨਾ ਹਾਂ, ਕਿ ਚੈੱਕ ਦੇ ਜ਼ਰੀਏ, ਪੇ ਆਰਡਰ ਦੇ ਜ਼ਰੀਏ, ਡਾਇਰੈਕਟ ਆਨਲਾਈਨ ਉਥੋਂ ਟ੍ਰਾਂਜੈਕਸ਼ਨ ਕਿਸੇ ਵੀ ਉਹ ਜਿਹੜੀ ਹੈ ਬਣੀ ਹੈ ਐਪ ਉਹ ਕਰਨ, ਡਾਇਰੈਕਟ ਡਿਵੈਲਪਰ ਨੂੰ ਕਰਨ, ਡਾਇਰੈਕਟ ਕਰਨੀ ਉਹਨਾਂ ਨੇ ਉਸ ਅਦਾਰੇ ਦੇ ਅਕਾਊਂਟ ਨੰਬਰ ਵਿੱਚ, ਔਰ ਉਹਦਾ ਉਹਨਾਂ ਕੋਲ ਸਬੂਤ ਵੀ ਹੋਏਗਾ ਜੀ ਆਟੋਮੈਟਿਕਲੀ ਰਿਕਾਰਡ ਬਣ ਜਾਏਗਾ। ਜੀ। ਦੇਖੋ ਨਾਜ਼ਰੀਨ, ਇਹ ਜਿਹੜੀ ਇਨਫੋਰਮੇਸ਼ਨ ਚਾਚਾ ਪ੍ਰਾਪਰਟੀ ਨੇ ਦਿੱਤੀ ਹੈ, ਜਿੰਨੇ ਸਾਡੇ ਓਵਰਸੀਜ਼ ਭਰਾ ਨੇ, ਦੂਰ ਬੈਠੇ ਨੇ, ਜਾਇਦਾਦ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਕਿਸੇ ਦੋਸਤ ਯਾਰ ਨੂੰ ਕਹਿੰਦੇ ਉਹਨੂੰ ਸਿਰਫ ਉੱਥੋਂ ਤੱਕ ਰੱਖੋ ਕਿ ਵੀ ਤੂੰ ਮੈਨੂੰ ਉਸ ਬੰਦੇ ਦੇ ਨਾਲ ਮੇਰੀ ਡੀਲ ਕਰਵਾ ਦੇ, ਡਾਇਰੈਕਟ ਗੱਲ ਕਰਵਾ ਦੇ, ਜਗ੍ਹਾ ਦੇਖ ਲੈ, ਮੈਨੂੰ ਵੀਡੀਓ ਕਰਕੇ ਨਾ ਤੇ ਮੈਨੂੰ ਦੱਸ ਕਿ ਦਿਖਾ ਜਗ੍ਹਾ ਕੈਸੀ ਹੈ, ਫਿਰ ਇਦਾਰੇ ਨੂੰ ਡਾਇਰੈਕਟ ਪੈਸੇ ਦਿਓ ਤਾਂ ਕਿ ਤੁਹਾਡੇ ਨਾਲ ਮਿਸਟੇਕ ਨਾ ਹੋ ਸਕੇ। ਕਿਉਂਕਿ ਮੈਂ ਇਹ ਸੋਚਣਾ, ਮੈਂ ਐਜ਼ ਏ ਫਨਕਾਰ ਅਸੀਂ ਅਬਜ਼ਰਵ ਕਰਨੇ ਆ ਲੋਕਾਂ ਨੂੰ, ਜਿੰਨੇ ਸੈਂਸਿਟਿਵ ਸਾਡੇ ਓਵਰਸੀਜ਼ ਭਰਾ ਹੁੰਦੇ ਨੇ ਉਹ ਸਾਡੇ ਮੁਲਕ 'ਚ ਰਹਿਣ ਵਾਲੇ ਘੱਟ ਲੋਕ ਹੁੰਦੇ ਨੇ। ਉਹਨਾਂ ਨੂੰ ਇਹਨਾਂ ਰਿਸ਼ਤਿਆਂ ਦਾ ਅਹਿਸਾਸ ਹੁੰਦਾ, ਉਹ ਕਦਰ ਕਰਦੇ ਨੇ ਤੇ ਉਹ ਇਤਮਾਦ ਜਲਦੀ ਕਰ ਲੈਂਦੇ ਨੇ ਤੇ ਉਹ ਇਤਮਾਦ ਦੇ ਵਿੱਚ ਉਹਨਾਂ ਨਾਲ ਧੋਖਾ ਵੀ ਹੋ ਜਾਂਦਾ ਹੈ। ਇਸ ਲਈ ਬਜ਼ਰੀਆ ਟ੍ਰਾਂਸਫਰ ਅਮਾਊਂਟ ਚੈੱਕ ਦੇ ਜ਼ਰੀਏ, ਪੇ ਆਰਡਰ ਦੇ ਜ਼ਰੀਏ ਤੁਸੀਂ ਡਾਇਰੈਕਟ ਡਿਵੈਲਪਰ ਨੂੰ ਦਿਓ ਔਰ ਜ਼ਮੀਨ ਦੇ ਕੇ ਉਹਦੀ ਗਾਰੰਟੀ ਪਤਾ ਕਰੋ, ਵਕੀਲ ਕਰੋ ਤਾਂ ਕਿ ਹਰ ਚੀਜ਼ ਕਲੀਅਰ ਹੋਵੇ। ਔਰ ਸਾਡੇ ਪ੍ਰੋਗਰਾਮ ਨੂੰ ਤੁਸੀਂ ਦੇਖ ਕੇ ਇਹਦੇ ਤੋਂ ਸਬਕ ਹਾਸਲ ਕਰਨਾ ਔਰ ਸਾਡੇ ਲਈ ਦੁਆਵਾਂ ਕਰਨੀਆਂ ਨੇ। ਸਾਡੇ ਪ੍ਰੋਗਰਾਮ ਨੂੰ ਲਾਇਕ, ਸਬਸਕ੍ਰਾਈਬ ਔਰ ਸ਼ੇਅਰ ਵੀ ਕਰਨਾ ਹੈ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।